ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀਤੀ ਪ੍ਰੈਸ ਕਾਨਫਰੰਸ। ਤਾਜ਼ਾ ਕੀਤੇ ਜੋ ਐਲਾਨ ਉਹਨਾਂ ਦੇ ਬਾਰੇ ਦੱਸਾਂਗੇ। ਕੁਆਰੰਟੀਨ ਵਿੱਚ ਪ੍ਰਧਾਨ ਮੰਤਰੀ ਮੌਜੂਦ ਨੇ ਤਾਂ ਅੱਜ 8ਵੇਂ ਦਿਨ ਦੌਰਾਨ ਕੀਤਾ ਕੋਵਿਡ-19 ਦਾ ਟੈਸਟ ਤੇ ਤਸਵੀਰ ਕੀਤੀ ਸਾਂਝੀ। ਕੈਨੇਡਾ ਵਿੱਚ ਗਨ ਲਾਇਸੈਂਸ ਲੈਣ ਦੇ ਵਾਸਤੇ ਨਵਾਂ ਬਦਲਾਅ ਕਿ ਹੁਣ ਸਿਰਫ 5 ਸਾਲ ਨਹੀਂ ਸਗੋਂ ਸਾਰੀ ਉਮਰ ਦਾ ਬੈਕਗ੍ਰਾਉਂਡ ਚੈੱਕ ਹੋਇਆ ਕਰੇਗਾ। ਟੋਰਾਂਟੋ ਵਿੱਚ ਪੁਲਿਸ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਦੇ ਉੱਤੇ ਚੱਲ ਰਹੇ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼। 1000 ਕਿਲੋ ਤੋਂ ਵੱਧ ਨਸ਼ਾ ਜ਼ਬਤ, ਕਈ ਪੰਜਾਬੀਆਂ ਸਮੇਤ 20 ਜਣਿਆਂ ਤੇ ਮਾਮਲੇ ਦਰਜ। ਮੌਂਟਰੀਅਲ ਵਿੱਚ ਚੱਕਰਵਾਤੀ ਤੂਫਾਨ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ। 100 ਦੇ ਕਰੀਬ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਮੌਤ ਵੀ ਹੋਈ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਦੇ ਘਰ ਬਾਹਰ ਚਾਕੂ ਨਾਲ ਧਮਕੀਆਂ ਦੇ ਰਿਹਾ ਵਿਅਕਤੀ ਗ੍ਰਿਫਤਾਰ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਆਰੰਟੀਨ ਦੇ ਵਿੱਚ ਨੇ ਤੇ ਉਹਨਾਂ ਦਾ 8ਵਾਂ ਦਿਨ ਸੀ। 8ਵੇਂ ਦਿਨ ਮੌਕੇ ਉਹਨਾਂ ਨੇ ਆਪਣਾ ਕੋਵਿਡ-19 ਦਾ ਟੈਸਟ ਆਪ ਕੀਤਾ ਤੇ ਇਸ ਦੀ ਤਸਵੀਰ ਵੀ ਉਹਨਾਂ ਨੇ ਸਾਂਝੀ ਕੀਤੀ, ਜਿਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਕੋਵਿਡ-19 ਦੇ ਨਾਲ ਸੰਬੰਧਿਤ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ। ਤੇ ਨਾਲ ਹੀ ਉਹਨਾਂ ਨੇ ਅੱਜ ਆਪਣੇ ਘਰ ਦੇ ਬਾਹਰ ਹੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਇਹ ਜ਼ਰੂਰ ਧਿਆਨ ਰੱਖਿਆ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜੋ ਨੇੜੇ ਹੈ ਕੋਈ ਉਹ ਨਾ ਜਾਵੇ, ਕਿਉਂਕਿ ਉਹ ਕੁਆਰੰਟੀਨ ਦੇ ਵਿੱਚ ਸਨ। ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆਪਣੇ ਘਰ ਦੇ ਬਾਹਰ ਹੀ, ਜਿਸ ਵਿੱਚ ਜਦੋਂ ਉਹਨਾਂ ਨੇ ਜਾਣਕਾਰੀ ਦਿੱਤੀ, ਸਭ ਤੋਂ ਪਹਿਲਾਂ ਜਿਹੜੇ ਕੈਨੇਡਾ ਸਰਕਾਰ ਨੇ ਟਰੈਵਲ ਨੂੰ ਲੈ ਕੇ ਨਵੇਂ ਐਲਾਨ ਕੀਤੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਦੱਸਿਆ। ਜਿਸ ਮੌਕੇ ਜੋ ਬਾਰ-ਬਾਰ ਬਾਰਡਰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ, ਇੰਟਰਨੈਸ਼ਨਲ ਟਰੈਵਲ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਕੈਨੇਡਾ ਦੇ ਵੱਲੋਂ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ, ਕਿਸੇ ਰਣਨੀਤੀ ਦਾ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ। ਤਾਂ ਉਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਮੌਕੇ ਜਿਵੇਂ ਕਿ 75% ਤੋਂ ਵੱਧ ਜਿਹੜੇ ਕੈਨੇਡਾ ਵਾਸੀ ਨੇ ਉਹਨਾਂ ਦੇ ਟੀਕੇ ਕੋਵਿਡ-19 ਦੇ ਉਸ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਤੇ 21% ਦੇ ਕਰੀਬ ਜਿਹੜੇ ਕੈਨੇਡਾ ਵਾਸੀ ਨੇ ਉਹਨਾਂ ਦੇ ਦੋਵੇਂ ਡੋਜ਼ਸ ਲੱਗ ਚੁੱਕੀਆਂ ਨੇ। ਤਾਂ ਇਸ ਮੌਕੇ ਕੈਨੇਡਾ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਟੀਕੇ ਲਗਾਉਣ ਤੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਬਣਾਉਣ ਦੇ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜਦੋਂ ਤੱਕ ਸੁਰੱਖਿਅਤ ਪੂਰੀ ਤਰ੍ਹਾਂ ਨਹੀਂ ਹੋ ਜਾਂਦੇ ਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਵੇਰੀਐਂਟ ਹੈ ਜਾਂ ਜਿਵੇਂ ਡੈਲਟਾ ਵੇਰੀਐਂਟ ਹੈ ਉਹ ਲਗਾਤਾਰ ਫੈਲ ਰਿਹਾ, ਦੁਬਾਰਾ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਤਾਂ ਉਸ ਦੇ ਉੱਤੇ ਕਾਬੂ ਨਹੀਂ ਪਾ ਲਿਆ ਜਾਂਦਾ ਤੇ ਕੋਈ ਵੀ ਡਰ ਨਹੀਂ ਰਹਿ ਜਾਂਦਾ ਕਿ ਦੁਬਾਰਾ ਤੋਂ ਕੋਵਿਡ-19 ਫੈਲ ਜਾਵੇਗਾ, ਉਦੋਂ ਬਾਰਡਰ ਖੋਲ੍ਹਣ ਦੇ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਜਿਸ ਵਾਸਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਦੀ ਸੁਰੱਖਿਆ ਪਹਿਲ ਦੇ ਆਧਾਰ ਦੇ ਉੱਤੇ ਹੈ ਤੇ ਉਸ ਦੇ ਮੱਦੇਨਜ਼ਰ ਹੀ ਇਹ ਜਿਹੜਾ ਫੈਸਲਾ ਹੈ ਉਹ ਅੱਗੇ ਲਿਆ ਜਾਵੇਗਾ। Yesterday, we shared the first phase of our plan to safely ease our border measures for Canadians who are fully vaccinated. To be considered fully vaccinated for travel, you must have received a full series of a vaccine or a combination of 2 vaccines at least 14 days before entering the country, and the vaccines you got must be approved in Canada. As of July 5th, Canadian travellers who have submitted proof of full vaccination will no longer have to quarantine at a hotel or at home. They also won't have to take a day 8 test, but they will still need to complete mandatory testing both pre-arrival and once in the country. Let me be clear. This is the first step of what will be a gradual, careful plan to safely reopen to travel. The pandemic is not over. There's still variants circulating around the world, so there's a number of important measures that need to stay in place for now. ਸਿਰਫ ਇਹੀ ਨਹੀਂ ਸਗੋਂ ਅੱਜ ਕੈਨੇਡਾ ਸਰਕਾਰ ਨੇ ਵੀ ਐਲਾਨ ਕੀਤਾ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਵੀ ਕਿਸੇ ਨੇ ਪਿਸਟਲ ਵਾਸਤੇ ਰੱਖਣ ਵਾਸਤੇ ਗਨ ਦਾ ਲਾਇਸੈਂਸ ਲੈਣਾ ਹੈ ਤਾਂ ਉਸ ਦੇ ਵਾਸਤੇ ਜਿਹੜਾ ਬੈਕਗਰਾਉਂਡ ਚੈੱਕ ਹੁੰਦਾ ਸੀ ਉਹ 5 ਕੁ ਸਾਲ ਦੇ ਸਮੇਂ ਦਾ ਹੁੰਦਾ ਸੀ। ਪਿਛਲੇ ਜਿਹੜੇ ਵੀ ਵਿਅਕਤੀ ਨੇ ਲਾਇਸੈਂਸ ਲੈਣਾ ਹੁੰਦਾ ਸੀ ਤਾਂ ਉਸ ਦੇ ਵਾਸਤੇ ਹੁਣ ਇਹ ਲਾਗੂ ਕਰ ਦਿੱਤਾ ਗਿਆ ਕਿ ਉਸਦਾ ਸਾਰੀ ਉਮਰ ਦਾ ਬੈਕਗਰਾਉਂਡ ਚੈੱਕ ਹੋਵੇਗਾ ਜਦੋਂ ਵੀ ਉਹ ਲਾਇਸੈਂਸ ਦੇ ਵਾਸਤੇ ਅਪਲਾਈ ਕਰੇਗਾ। ਇਸ ਦੇ ਵਾਸਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਸਮੇਂ ਜੋ ਗਨ ਵਾਇਲੈਂਸ ਹੈ ਉਸ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਜਿਹੜੇ ਅਸੌਲਟ ਵੈਪਨ ਨੇ ਉਹ ਬੈਨ ਵੀ ਕੈਨੇਡਾ ਕਰ ਦਿੱਤੇ ਸੀ ਤੇ ਇਸ ਤੋਂ ਬਾਅਦ ਹੋਰ ਜ਼ਿਆਦਾ ਸਖਤੀ ਇਸ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉਸੇ ਦਾ ਇਹ ਹਿੱਸਾ ਹੈ ਜੋ ਤਾਜ਼ਾ ਫੈਸਲਾ ਲਿਆ ਗਿਆ ਹੈ ਕਿ ਲਾਇਸੈਂਸ ਲੈਣ ਦੇ ਵਾਸਤੇ ਬੈਕਗਰਾਉਂਡ ਚੈੱਕ ਹੈ ਜਿਹੜਾ ਸਾਰੀ ਉਮਰ ਦਾ ਹੋਵੇਗਾ। Building a better Canada also means building a safer Canada, safe from COVID-19, but also safe from gun violence. Today, Minister Blair will announce additional common sense measures that will help fight gun violence in Canada. As of July 7th,
When someone applies for a firearms license, the background check will cover their whole life instead of just the past 5 years. We also strengthened oversight of how firearms are transported, something the Conservative Party all but eliminated. Other regulations tabled in Parliament yesterday make it a legal requirement for retailers to properly verify a buyer's license before making a sale and to retain inventory and sales records for all firearms, including non-restricted ones. This is the best practice already for most reputable retailers, and it'll help investigators trace firearms used in crimes. ਜਿਵੇਂ ਕਿ ਕੱਲ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਮੌਂਟਰੀਅਲ ਦੇ ਵਿੱਚ ਚੱਕਰਵਾਤੀ ਤੂਫਾਨ ਦੇ ਕਰਕੇ ਕਾਫੀ ਨੁਕਸਾਨ ਹੋਇਆ, ਜਾਨੀ ਨੁਕਸਾਨ ਵੀ ਹੋਇਆ, 1 ਮੌਤ ਤੇ 2 ਜ਼ਖਮੀ ਹੋਏ ਨੇ ਤੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਤੂਫਾਨ ਦੇ ਕਰਕੇ 100 ਤੋਂ ਵੱਧ ਘਰ ਕਾਫੀ ਜ਼ਿਆਦਾ ਨੁਕਸਾਨੇ ਗਏ ਨੇ। ਅਗਲੀ ਖਬਰ ਹੈ ਕਿ ਟੋਰਾਂਟੋ ਦੇ ਵਿੱਚ ਪ੍ਰੀਮੀਅਰ ਡਗਫੋਰਡ ਜੋ ਓਨਟਾਰੀਓ ਦੇ ਪ੍ਰੀਮੀਅਰ ਨੇ ਉਹਨਾਂ ਦਾ ਜੋ ਘਰ ਹੈ ਉਸ ਦੇ ਬਾਹਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਉਮਰ 44 ਸਾਲ ਦੱਸੀ ਗਈ ਹੈ। ਜਾਰਜ ਨਿਰਸਸ ਦਾ ਨਾਮ ਦੱਸਿਆ ਗਿਆ ਜੋ ਟੋਰਾਂਟੋ ਦਾ ਹੀ ਰਹਿਣ ਵਾਲਾ ਹੈ। ਦਰਅਸਲ ਉਹ ਚਾਕੂ ਲੈ ਕੇ ਉੱਥੇ ਮੌਜੂਦ ਸੀ ਜੋ ਕਿ ਹਥਿਆਰ ਦੇ ਵਜੋਂ ਚਾਕੂ ਜਿਹੜਾ ਵਰਤਿਆ ਜਾਂਦਾ ਹੈ ਉਹ ਉਸਦੇ ਕੋਲ ਸੀ ਤੇ ਧਮਕੀਆਂ ਉਸਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੀ। ਡਗਫੋਰਡ ਉਸ ਸਮੇਂ ਘਰ ਨਹੀਂ ਸਨ ਤੇ ਜਦੋਂ ਇਹ ਵਾਪਰਿਆ ਉਸ ਤੋਂ ਕੁਝ ਦੇਰ ਬਾਅਦ ਹੀ ਡਗਫੋਰਡ ਦੀ ਪਤਨੀ ਘਰ ਉੱਥੇ ਪਹੁੰਚੀ ਤੇ ਉਸ ਤੋਂ ਪਹਿਲਾਂ ਹੀ ਗ੍ਰਿਫਤਾਰੀ ਕਰ ਲਈ ਗਈ ਸੀ, ਜਿਸ ਬਾਰੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰੀਮੀਅਰ ਡਗਫੋਰਡ ਦੇ ਘਰ ਦੇ ਅੱਗੇ ਪਹੁੰਚਣ ਤੋਂ ਪਹਿਲਾਂ ਉਹ ਵਿਅਕਤੀ ਪਹਿਲਾਂ ਕਈ ਗੱਡੀਆਂ ਦੇ ਟਾਇਰ ਪਾੜ ਚੁੱਕਿਆ ਸੀ ਉਸੇ ਚਾਕੂ ਦੇ ਨਾਲ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜਿਸ ਦੇ ਵੱਲੋਂ ਫਿਰ ਧਮਕੀਆਂ ਵੀ ਕਾਫੀ ਉੱਚੀ ਦਿੱਤੀਆਂ ਜਾ ਰਹੀਆਂ ਸਨ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਲੀ ਖਬਰ ਹੈ ਜੋ ਟੋਰਾਂਟੋ ਪੁਲਿਸ ਨੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਚੱਲਣ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਦੇ ਵਿੱਚ ਕਈ ਪੰਜਾਬੀਆਂ ਸਮੇਤ 20 ਜਣਿਆਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। 182 ਦੇ ਕਰੀਬ ਮਾਮਲੇ ਦਰਜ ਹੋਏ ਨੇ। 1000 ਕਿਲੋ ਕੋਕੇਨ ਤੇ ਹੋਰ ਨਸ਼ਾ ਹੈ ਜੋ ਉਹ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਕਈ ਵਾਹਨ ਵੀ ਬਰਾਮਦ ਕੀਤੇ ਗਏ ਨੇ ਜਿਹੜੇ ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। Project Brizza was a joint forces drug investigation that spanned North America. It was led by our Organized Crime Enforcement Drug Squad Major Projects, and the focus of that investigation was on high-level drug importation and distribution of methamphetamine and cocaine, which subsequently led to the largest seizure in Toronto police history. The investigation on the importation side revealed tractor-trailer trucks that were coming in that were equipped with hidden hydraulic traps capable of concealing up to 100 kilograms of illicit substances. On the distribution side, investigators revealed a network that was capable of putting hundreds of kilograms of illicit substances on the streets of our communities right across southern Ontario and beyond. And as I said, the result of that yielded just over 1,000 kilograms of drugs, cocaine, methamphetamine, marijuana, with a street value of just under $63 million. But I think the most important piece that doesn't get talked about are the harms and the carnage that kind of amount of drugs causes, the number of overdoses, the number of people that end up in our emergency rooms, the family members that suffer harm and trauma from the violence quite often that plagues our streets as a result of the drug trafficking that happens. So that I think is really important. And I'd also like to address the fact that a project of this scope and size is not possible without collaboration and partnerships. And on that note, I want to thank, on behalf of the Toronto Police Service, I want to thank the Government of Ontario, CISO for their support. I want to thank our partners at the Asian Organised Crime Task Force, the Ontario Provincial Police, York Regional Police and Canada Border Services. We also received assistance across the country from the RCMP. We received assistance from Windsor Police, Fintrac, and Service de Police de la Ville de Montréal. Merci. And also I'd like to thank our American partners at Department of Homeland Security, as well as the Drug Enforcement Administration. ਅਗਲੀ ਖਬਰ ਹੈ ਕਿ ਜਿਵੇਂ ਤੁਹਾਡੇ ਨਾਲ ਅਸੀਂ ਪਹਿਲਾਂ ਵੀ ਇੱਕ ਰਿਪੋਰਟ ਸਾਂਝੀ ਕੀਤੀ, ਤੁਹਾਨੂੰ ਦੱਸ ਦਈਏ ਕਿ ਜਿਹੜੇ 2 ਪੰਜਾਬੀ ਨੌਜਵਾਨ ਜੋ ਸਰਦਾਰ ਦਿਖਾਈ ਦੇ ਰਹੇ ਨੇ, ਤਸਵੀਰਾਂ ਪੁਲਿਸ ਨੇ ਸਾਂਝੀਆਂ ਕੀਤੀਆਂ ਨੇ। ਉਸ ਦੇ ਵਿੱਚ ਪੁਲਿਸ ਨੇ ਉਸ ਸੈਕਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਮੇਕਅਪ ਦਾ ਸੈਕਸ਼ਨ, ਜਿਸ ਦੇ ਵਿੱਚੋਂ ਚੋਰੀ ਕੀਤੇ ਜਾਣ ਦੇ ਇਲਜ਼ਾਮ ਇਹਨਾਂ ਦੇ ਉੱਤੇ ਲੱਗੇ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਸੂਬੇ ਦੇ ਔਰੇਂਜਵਿਲ ਦੇ ਵਿੱਚ
ਵਾਲਮਾਰਟ ਦੇ ਵਿੱਚੋਂ ਚੋਰੀ ਦੇ ਮਾਮਲੇ ਵਿੱਚ 2 ਨੌਜਵਾਨਾਂ ਦੀ ਭਾਲ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। 2 ਸਰਦਾਰ ਨੌਜਵਾਨ ਇਹਨਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੀ ਪਛਾਣ ਕਰਨ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਜੂਨ 8, 2021 ਨੂੰ ਸ਼ਾਮ ਨੂੰ 4:45 ਦੇ ਕਰੀਬ ਦਾ ਸਮਾਂ ਸੀ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਵਾਲਮਾਰਟ ਦੇ ਵਿੱਚ ਚੋਰੀ ਹੋਈ ਹੈ, ਜਿੱਥੇ ਕਿ ਪੁਲਿਸ ਅਧਿਕਾਰੀਆਂ ਨੂੰ ਇਹ ਦੱਸਿਆ ਗਿਆ ਕਿ ਮੇਕਅਪ ਦਾ ਸਮਾਨ ਹੈ ਜੋ 2 ਨੌਜਵਾਨਾਂ ਦੇ ਵੱਲੋਂ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਫਿਰ ਵਾਲਮਾਰਟ ਦੀ ਵੀਡੀਓ ਫੁਟੇਜ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਢਵਾਈ ਗਈ, ਜਿਸ ਤੋਂ ਬਾਅਦ ਇਹਨਾਂ 2 ਨੌਜਵਾਨਾਂ ਦੀਆਂ ਤਸਵੀਰਾਂ ਪੁਲਿਸ ਨੇ ਉਸ ਫੁਟੇਜ ਦੇ ਵਿੱਚੋਂ ਜਾਰੀ ਕੀਤੀਆਂ ਨੇ, ਜਿਸ ਦੇ ਵਿੱਚ ਦੋਵਾਂ ਦੇ ਬਾਰੇ ਪੁਲਿਸ ਨੇ ਕਿਹਾ ਕਿ ਸਾਊਥ ਏਸ਼ੀਅਨ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਹਨਾਂ ਦੋਵਾਂ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ 188831011122 ਤੇ ਸੰਪਰਕ ਕੀਤਾ ਜਾ ਸਕਦਾ ਹੈ, ਤੇ ਜੇਕਰ ਬਿਨਾਂ ਆਪਣੀ ਪਛਾਣ ਦੱਸੇ ਜਾਣਕਾਰੀ ਦੇਣੀ ਹੋਵੇ ਤਾਂ ਕ੍ਰਾਈਮ ਸਟਾਪਰਸ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਵੀ ਇਹਨਾਂ ਨੌਜਵਾਨਾਂ ਦੇ ਬਾਰੇ ਕੁਝ ਵੀ ਪਤਾ ਹੋਵੇ, ਜਿਨ੍ਹਾਂ ਦੇ ਉੱਤੇ ਕਾਸਮੈਟਿਕਸ ਸੈਕਸ਼ਨ ਦੇ ਵਿੱਚੋਂ ਚੋਰੀ ਕਰਨ ਦੇ ਵਾਲਮਾਰਟ ਦੇ ਵਿੱਚੋਂ ਇਲਜ਼ਾਮ ਲੱਗੇ ਨੇ। ਇਸੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।